ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨੌ ਨਿਤ ਆਵੇ ਤਾਏ। ਕਰ ਨੌ ਨਿਤ ਆਵੇ ਤਾਏ, ਕਰ ਨੌ ਨਿਤ ਆਵੇ ਤਾਏ, ਕਰ ਨੌ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਤ ਆਵੇ ਤਾਏ। ਵਾਹਿਗੁਰੂ ਜੀ। ਹਾਂਜੀ, ਸੰਗਤ ਨੂੰ ਯਾਦ ਹੋਏਗਾ ਕੁਝ ਸਮਾਂ ਪਹਿਲੇ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਨਮ ਸ਼ਤਾਬਦੀ ਜੋ ਅਗਲੇ ਸਾਲ ਆ ਰਹੀ ਹੈ, ਉਸ ਨੂੰ ਸਮਰਪਿਤ ਇਤਿਹਾਸਿਕ ਵਿਚਾਰਾਂ ਸ਼ੁਰੂ ਕੀਤੀਆਂ ਸੀ, ਜਿਸ ਦੇ ਵਿੱਚ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ ਕੁਝ ਘਟਨਾਵਾਂ, ਕੁਝ ਸਾਖੀਆਂ ਦੇ ਵਿਚਾਰ ਅਸੀਂ ਕਰ ਰਹੇ ਸੀ। ਸੋ ਅੱਜ ਉਸੇ ਲੜੀ ਨੂੰ ਅੱਗੇ ਟੁਰਨ ਵਾਸਤੇ ਫਿਰ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀਵਨ ਵਿੱਚੋਂ ਕੁਝ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗੀ। ਅਸੀਂ ਇੱਥੇ ਛੱਡਿਆ ਸੀ ਕਿ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੀ ਰਾਣੀ ਕੋਲੋਂ ਜ਼ਮੀਨ ਖਰੀਦ ਕੇ ਅਤੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ। ਨਗਰ ਵਸਿਆ ਸੀ, ਗੱਲ ਉਹਨਾਂ ਦਿਨਾਂ ਦੀ ਹੈ। ਅਤੇ ਉਦੋਂ ਉਸਾਰੀ ਚੱਲ ਰਹੀ ਸੀ, ਉਸਾਰੀ ਚੱਲ ਰਹੀ ਸੀ। ਉਹਨਾਂ ਦਿਨਾਂ ਵਿੱਚ ਰੋਪੜ 'ਚ ਰਹਿਣ ਵਾਲਾ ਇੱਕ ਪੀਰ ਜਿਸ ਦਾ ਨਾਮ ਸੀ ਸੈਯਦ ਮੂਸਾ, ਉਹ ਅਨੰਦਪੁਰ ਦੇ ਕੋਲੋਂ ਲੰਘਿਆ। ਉਹਨੇ ਕਿਤੇ ਹੋਰ ਜਾਣਾ ਸੀ। ਉਹਨੇ ਵੇਖਿਆ ਕਿ ਬੜੇ ਵੱਡੇ ਉੱਚੇ ਉੱਚੇ ਮਕਾਨ ਬਣਾਏ ਜਾ ਰਹੇ ਨੇ, ਅਤੇ ਉਸਨੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਮਹਿਲਾਂ ਵਰਗੇ ਮਕਾਨ ਕੌਣ ਬਣਵਾ ਰਿਹਾ। ਸਿੱਖ ਨੇ ਉੱਤਰ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਜੀ ਬਣਵਾ ਰਹੇ ਨੇ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠੇ ਨੇ, ਅਤੇ ਉਹ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਹੀ ਵੱਡੇ ਕਰਨੀ ਵਾਲੇ ਪੁਰਖ ਨੇ, ਅਤੇ ਉਹ ਇਹ ਕੰਮ ਕਰਵਾ ਰਹੇ ਨੇ। ਅਤੇ ਸਿੱਖ ਨੇ ਉੱਤਰ ਦਿੱਤਾ ਕਿ ਇਹ ਵੀ ਪੂਰਨ ਸ਼ਕਤੀ ਵਾਲੇ ਅਤੇ ਵੈਰਾਗੀ ਪੁਰਖ ਨੇ। ਸੈਯਦ ਮੁੱਦਾ ਨੇ ਬੜਾ ਹੈਰਾਨ ਹੋ ਗਿਆ, ਅਤੇ ਉਹਨੇ ਕਿਹਾ ਕਿ ਜੇ ਉਹ ਵੈਰਾਗੀ ਹਨ ਅਤੇ ਨਾਲੇ ਤੁਸੀਂ ਕਹਿੰਦੇ ਹੋ ਗ੍ਰਸਤੀ ਹਨ, ਅਤੇ ਫਿਰ ਉਹ ਇਤਨੇ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਨੇ? ਤੁਸੀਂ ਮੈਨੂੰ ਦੱਸੋ ਕਿ ਉਹ ਗ੍ਰਸਤੀ ਹਨ ਕਿ ਉਹ ਫਕੀਰ ਹਨ? ਸਿੱਖ ਨੇ ਉੱਤਰ ਦਿੱਤਾ ਕਿ ਗੁਰੂ ਜੀ ਗ੍ਰਸਤੀ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਉਹ ਗ੍ਰਸਤ ਜੀਵਨ ਹੀ ਬਤੀਤ ਕਰ ਰਹੇ ਹਨ, ਅਤੇ ਪਰ ਉਹ ਇੱਕ ਆਮ ਭਲਾਈ ਵਾਸਤੇ ਇਹ ਕੰਮ ਕਰਦੇ ਰਹਿੰਦੇ ਹਨ, ਲੋਕਾਂ ਦੀ ਭਲਾਈ ਵਾਸਤੇ ਬਹੁਤ ਕੰਮ ਕਰਦੇ ਰਹਿੰਦੇ ਹਨ। ਤਾਂ ਉਸਨੇ ਸੈਯਦ ਮੂਸਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ, ਮੈਨੂੰ ਲੈ ਕੇ ਚੱਲੋ। ਸੋ ਉਹ ਸਿੱਖ ਉਸਨੂੰ ਮਹਾਰਾਜ ਕੋਲ ਲੈ ਗਿਆ, ਅਤੇ ਮਹਾਰਾਜ ਨੂੰ ਕਿਹਾ ਕਿ ਇਸ ਦੇ ਮਨ ਵਿੱਚ ਕੋਈ ਸ਼ੰਕਾ ਹੈ, ਮਹਾਰਾਜ ਇਸ ਦੀ ਸ਼ੰਕਾ ਨਿਵਰਤ ਕਰੋ। ਅਤੇ ਜਦੋਂ ਉਸੇ ਆਪਣਾ ਸਵਾਲ ਦੱਸਿਆ, ਉਸਨੇ ਕਿਹਾ ਕਿ ਆਪ ਗ੍ਰਸਤੀ ਹੋ, ਅਤੇ ਫਿਰ ਤੁਸੀਂ ਵੱਡੇ ਵੱਡੇ ਮਹਿਲ ਵੀ ਉਸਾਰ ਰਹੇ ਹੋ, ਅਤੇ ਮਾਇਆ ਜੇ ਤੁਹਾਨੂੰ ਮਾਇਆ ਨਾਲ ਮੋਹ ਹੀ ਨਹੀਂ, ਅਤੇ ਫਿਰ ਤੁਸੀਂ ਇੰਨੇ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ? ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਅੱਜ ਦੀ ਰਾਤ ਸਾਡੇ ਕੋਲ ਰਹੋ, ਅਤੇ ਸਵੇਰੇ ਬੇਸ਼ੱਕ ਚਲੇ ਜਾਣਾ, ਅਤੇ ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪਣੇ ਆਪ ਤੁਹਾਨੂੰ ਮਿਲ ਜਾਏਗਾ। ਸ਼ਾਮ ਨੂੰ ਸੈਯਦ ਮੁਜ਼ਾ ਨੇ ਲੰਗਰ ਛਕਿਆ। ਲੰਗਰ ਵਿੱਚ ਦੇਖਿਆ ਹੋਰ ਵੀ ਬਹੁਤ ਸਾਰੇ ਲੋੜਵੰਦ ਜਿਹੜੇ ਸਨ ਉਹ ਲੰਗਰ ਛਕ ਰਹੇ ਸਨ। ਉਸ ਤੋਂ ਬਾਅਦ ਸੇਵਾਦਾਰ ਨੇ ਉਸ ਨੂੰ ਇੱਕ ਮੰਜਾ ਦਿੱਤਾ, ਇੱਕ ਬਿਸਤਰਾ ਦਿੱਤਾ। ਉਹ ਹੀ ਕਮਰੇ 'ਚ ਬਿਸਤਰਾ ਵਿਛਾ ਕੇ ਅਤੇ ਆਰਾਮ ਨਾਲ ਸੌਂ ਗਿਆ। ਉਸ ਰਾਤ ਨੂੰ ਬੜੀ ਤੇਜ਼ ਹਵਾ ਚੱਲੀ, ਮੂਸਲਾਧਾਰ ਬਾਰਿਸ਼ ਹੋਈ। ਮੀਂਹ ਅਤੇ ਹਵਾ ਦੇ ਰੋਲੇ ਦੇ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਜਦੋਂ ਨੀਂਦ ਖੁੱਲ੍ਹ ਗਈ ਤਾਂ ਉਸਨੇ ਦੇਖਿਆ, ਔਰ ਫਿਰ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਦੇ ਵਿੱਚ ਜੇ ਬਾਹਰ ਸੜਕ ਦੇ ਉੱਤੇ ਜਾ ਰਿਹਾ ਹੁੰਦਾ ਤਾਂ ਉਸਦਾ ਕਿੰਨਾ ਬੁਰਾ ਹਾਲ ਹੋਣਾ ਸੀ। ਇਹ ਕਮਰਾ, ਇਹ ਮੰਜਾ, ਇਹ ਬਿਸਤਰਾ, ਇਹ ਲੰਗਰ, ਇਹ ਸਾਰਾ ਮੈਨੂੰ ਮਿਲਿਆ ਅਤੇ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਹੀ ਮਿਲਿਆ। ਸੋ ਉਹ ਉਸਦੇ ਮਨ ਦੀ ਸ਼ੰਕਾ ਹੌਲੀ ਹੌਲੀ ਦੂਰ ਹੋਣੀ ਸ਼ੁਰੂ ਹੋ ਗਈ ਕਿ ਗੁਰੂ ਜੀ ਆਪ ਗ੍ਰਸਤੀ ਹਨ, ਪਰ ਉਹਨਾਂ ਨੂੰ ਮਾਇਆ ਨਾਲ ਮੋਹ ਨਹੀਂ ਹੈ। ਉਹ ਮਾਇਆ ਜਿਹੜੀ ਇਕੱਠੀ ਹੁੰਦੀ ਹੈ ਉਹ ਆਮ ਲੋਕਾਂ ਦੇ ਵਾਸਤੇ, ਭਲੇ ਵਾਸਤੇ ਹੀ ਖਰਚ ਕਰਦੇ ਹਨ। ਸੋ ਸਵੇਰੇ ਉੱਠ ਕੇ ਜਦੋਂ ਜਾਣ ਲੱਗਾ
ਤੇ ਉਸਨੇ ਕਿਹਾ ਕਿ ਮੈਂ ਹੁਣ ਦੇਖ ਲਿਆ ਕਿ ਗੁਰੂ ਮਹਾਰਾਜ ਜੀ ਗ੍ਰਸਤੀ ਤਾਂ ਹਨ ਪਰ ਨਾਲ ਨਾਲ ਤਿਆਗੀ ਵੀ ਹਨ। ਸਵੇਰੇ ਜਾਣ ਲੱਗਿਆ ਸੈਯਦ ਮੂਸਾ ਨੇ ਕਿਹਾ, ਗੁਰੂ ਮਹਾਰਾਜ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਔਰ ਮੈਨੂੰ ਇਹ ਪਤਾ ਲੱਗ ਗਿਆ ਕਿ ਗ੍ਰਸਤੀ ਹੀ ਰਿਸ਼ੀਆਂ ਮੁਨੀਆਂ ਦੇ ਵੀ ਜਨਮਦਾਤਾ ਹਨ, ਰਿਸ਼ੀਆਂ ਮੁਨੀਆਂ ਦੇ ਅੰਨਦਾਤਾ ਹਨ ਤੇ ਰਿਸ਼ੀਆਂ ਮੁਨੀਆਂ ਦੇ ਆਰਾਮਦਾਤਾ ਹਨ। ਉਹਨਾਂ ਨੂੰ ਅੰਨ ਪਹੁੰਚਾਉਣਾ, ਉਹਨਾਂ ਨੂੰ ਆਰਾਮ ਪਹੁੰਚਾਉਣਾ ਇਹ ਗ੍ਰਸਤੀਆਂ ਦਾ ਹੀ ਕੰਮ ਹੈ। ਸੋ ਤੁਸੀਂ ਗ੍ਰਸਤੀ ਹੋ ਕੇ ਵੀ ਬਾਕੀ ਸਾਰਿਆਂ ਦੇ ਵਾਸਤੇ ਭਲੇ ਦਾ ਕੰਮ ਕਰ ਰਹੇ ਹੋ। ਮਾਇਆ ਨਾਲ ਤੁਹਾਨੂੰ ਆਪਣੇ ਵਾਸਤੇ ਪਿਆਰ ਨਹੀਂ ਹੈ, ਲੇਕਿਨ ਜਿਹੜੀ ਮਾਇਆ ਇਕੱਠੀ ਹੁੰਦੀ ਉਹ ਲੋਕਾਂ ਦੇ ਭਲੇ ਵਾਸਤੇ ਹੀ ਤੁਸੀਂ ਖਰਚ ਕਰਦੇ ਹੋ। ਖੈਰ ਉਹ ਆਪਣੇ ਤੇ ਸ਼ੰਕਾ ਦੂਰ ਕਰਕੇ ਤੇ ਉਹ ਚਲਾ ਗਿਆ। ਉਸ ਤੋਂ ਅੱਗੇ ਚਲੀਏ, ਮਹਾਰਾਜ ਨੇ ਹੁਣ ਪ੍ਰਚਾਰ ਦੌਰੇ ਸ਼ੁਰੂ ਕਰ ਦਿੱਤੇ। ਹੁਣ ਉਹ ਜਗ੍ਹਾ ਜਗ੍ਹਾ 'ਤੇ ਜਾਣ ਲੱਗ ਪਏ ਅਤੇ ਲੋਕਾਂ ਦੇ ਵਹਿਮ ਭਰਮ, ਲੋਕਾਂ ਦੇ ਸ਼ੰਕੇ ਜਿਹੜੇ ਸੀ ਉਹ ਦੂਰ ਕਰ ਰਹੇ। ਉਹਨਾਂ ਨੇ ਯਾਤਰਾ ਸ਼ੁਰੂ ਕਰਤੀ ਔਰ ਯਾਤਰਾ ਇਤਨੀ ਲੰਬੀ, ਇਸ ਤੋਂ ਬਾਅਦ ਇਤਨੀ ਲੰਬੀ ਯਾਤਰਾ ਸੀ ਔਰ ਉਸ ਯਾਤਰਾ ਦੇ ਵਿੱਚ ਕਿਤਨੇ ਹੀ ਲੋਕਾਂ ਨੂੰ ਉਹ ਮਿਲੇ। ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਹੀ ਉਹ ਥਾਂ ਥਾਂ, ਪਿੰਡ ਪਿੰਡ, ਸ਼ਹਿਰ ਸ਼ਹਿਰ ਲੋਕਾਂ ਦੇ ਘਰਾਂ ਵਿੱਚ ਗਏ ਅਤੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ, ਲੋਕਾਂ ਦਾ ਸੁਧਾਰ ਕੀਤਾ, ਉਹਨਾਂ ਨੂੰ ਗਿਆਨ ਦੀ ਰੋਸ਼ਨੀ ਦਿੱਤੀ। ਸੋ ਇਸੇ ਤਰ੍ਹਾਂ ਚਲਦੇ ਚਲਦੇ ਗੁਰੂ ਮਹਾਰਾਜ ਜੀ ਨਿਕਲੇ ਅਤੇ ਇੱਕ ਪਿੰਡ ਵਿੱਚ ਪਹੁੰਚੇ। ਉਸ ਪਿੰਡ ਵਿੱਚ ਇੱਕ ਬੋਹੜ ਦਾ ਦਰੱਖਤ ਸੀ। ਬੋਹੜ ਦੇ ਦਰੱਖਤ ਦੇ ਛਾਂ ਦੇ ਥੱਲੇ ਇੱਕ ਬੰਦਾ ਮੰਜਾ ਵਿਛਾ ਕੇ ਉੱਤੇ ਲੇਟਿਆ ਪਿਆ ਸੀ। ਉਸ ਨੂੰ ਬਹੁਤ ਤੇਜ਼ ਜ਼ੋਰ ਬੁਖਾਰ ਸੀ ਔਰ ਉਸ ਸਮੇਂ ਉਸ ਪਿੰਡ ਵਿੱਚ ਇੱਕ ਮਹਾਂਮਾਰੀ ਫੈਲੀ ਹੋਈ ਸੀ ਜਿਸ ਦਾ ਨਾਮ ਸੀ ਤਪਾਲੀ ਨਾਮ ਦਾ ਰੋਗ ਲੱਗਾ ਹੋਇਆ ਸੀ। ਉਸ ਤਪਾਲੀ ਨਾਮ ਦੇ ਰੋਗ ਨਾਲ ਕੀ ਹੁੰਦਾ ਸੀ ਕਿ ਮਰੀਜ਼ ਨੂੰ ਗਲੇ ਵਿੱਚ ਇੱਕ ਫੋੜਾ ਨਿਕਲ ਆਉਂਦਾ ਸੀ ਅਤੇ ਉਸ ਫੋੜੇ ਦੇ ਨਾਲ ਹੌਲੀ ਹੌਲੀ ਕੀ ਹੁੰਦਾ ਸੀ ਕਿ ਉਸ ਦਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਸੀ ਅਤੇ ਉਹ ਮਰੀਜ਼ ਜਿਹੜਾ ਉਹ ਮਰ ਜਾਂਦਾ ਸੀ। ਸਾਰਾ ਪਿੰਡ ਇਸ ਬਿਮਾਰੀ ਤੋਂ ਪਰੇਸ਼ਾਨ ਸੀ। ਲੇਕਿਨ ਉਸ ਪਿੰਡ ਰਹਿਣ ਵਾਲੇ ਉੱਚੀ ਜ਼ਾਤ ਦੇ ਲੋਕਾਂ ਨੇ ਅਜੇ ਵੀ ਨੀਵੀਂ ਜ਼ਾਤ ਦੇ ਲੋਕਾਂ ਨਾਲ ਨਫ਼ਰਤ ਜਿਹੜੀ ਹੈ ਉਹ ਛੱਡੀ ਨਹੀਂ ਸੀ ਹੋਈ, ਬਲਕਿ ਜਿਹੜਾ ਕੋਈ ਬਿਮਾਰ ਹੁੰਦਾ ਉਸ ਨੂੰ ਉਹ ਕਹਿੰਦੇ ਤੂੰ ਪਿੰਡ 'ਚੋਂ ਬਾਹਰ ਨਿਕਲ ਜਾ, ਤੂੰ ਪਿੰਡ 'ਚੋਂ ਬਾਹਰ ਚਲਾ ਜਾ, ਤੂੰ ਇੱਥੇ ਰਹਿਣ ਦੇ ਕਾਬਿਲ ਨਹੀਂ ਹੈ। ਸੋ ਹੌਲੀ ਹੌਲੀ ਕੀ ਹੋਇਆ ਕਿ ਗਰੀਬ ਵਿਚਾਰੇ ਉਹ ਪਿੰਡ ਤੋਂ ਬਾਹਰ ਉਹਨਾਂ ਨੂੰ ਕੱਢ ਦਿੱਤਾ ਜਾਂਦਾ। ਹਾਲਾਂਕਿ ਬਿਮਾਰ ਸਾਰੇ ਹੀ ਸਨ, ਅਮੀਰ ਗਰੀਬ ਸਭ ਬਿਮਾਰ ਸਨ, ਲੇਕਿਨ ਫਿਰ ਵੀ ਉਹ ਗਰੀਬਾਂ ਨੂੰ ਬਾਹਰ ਕੱਢ ਦਿੰਦੇ ਸਨ। ਸੋ ਉਸ ਬੰਦੇ ਨਾਲ ਗੱਲਬਾਤ ਕਰਨ 'ਤੇ ਮਹਾਰਾਜ ਨੂੰ ਪਤਾ ਲੱਗਿਆ ਕਿ ਇਸ ਪਿੰਡ ਵਿੱਚ ਰੋਗ ਦਾ ਬੜਾ ਜ਼ੋਰ ਹੈ, ਲੋਕ ਬੜੇ ਤੰਗ ਹਨ, ਕਈ ਬੰਦੇ ਮਰਦੇ ਜਾ ਰਹੇ ਹਨ, ਲੇਕਿਨ ਜਿਹੜੇ ਉੱਚੀ ਜ਼ਾਤ ਵਾਲੇ ਹਨ ਉਹ ਉਹਨਾਂ ਨੂੰ ਆਪਣੇ ਕੋਲ ਨਹੀਂ ਰਹਿਣ ਦੇ ਰਹੇ। ਸੋ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਪਿੰਡ ਵਾਲਿਆਂ ਨੇ ਆਪਣੀ ਉੱਚੀ ਜਾਤੀ ਦੇ ਅਪਮਾਨ 'ਚ ਆ ਕੇ ਨਿਰਦੋਸ਼ੇ ਗਰੀਬਾਂ ਨੂੰ ਤੰਗ ਕੀਤਾ ਹੈ। ਇਸ ਕਾਰਨ ਤੁਸੀਂ ਸਾਰੇ ਇਸ ਰੋਗੀ ਦੇ ਵਿੱਚ ਤੁਸੀਂ ਸਾਰੇ ਜਿਹੜੇ ਨੇ ਉਹ ਸਾਰੇ ਰੋਗੀ ਹੋ ਗਏ ਹਨ। ਔਰ ਜੇ ਉਹਨਾਂ ਨੇ ਕੀ ਕੀਤਾ ਕਿ ਥੋੜ੍ਹਾ ਜਿਹਾ ਅੱਗੇ ਗਏ ਅਤੇ ਦੇਖਿਆ ਕਿ ਇੱਕ ਛੱਪੜੀ ਸੀ, ਪਾਣੀ ਦੀ ਛੱਪੜੀ ਸੀ, ਜਿਸ ਦੇ ਆਸ-ਪਾਸ ਗਰੀਬ ਲੋਕ ਇਕੱਠੇ ਹੋ ਕੇ ਉੱਥੇ ਹੀ ਬੈਠਦੇ ਸਨ ਅਤੇ ਉੱਥੇ ਹੀ ਸੌਂਦੇ ਸਨ। ਤਾਂ ਮਹਾਰਾਜ ਨੇ ਉਸ ਛੱਪੜੀ ਨੂੰ ਵਰਦਾਨ ਦਿੱਤਾ। ਹਾਲਾਂਕਿ ਦੇਖੋ, ਇੱਕ ਮਹਾਰਾਜ ਦੀ ਚੋਜ ਸਨ, ਇੱਕ ਭਰਮ ਦੂਰ ਕਰਨਾ ਸੀ, ਇੱਕ ਅਭਿਮਾਨ ਦੂਰ ਕਰਨਾ ਸੀ। ਉਹਨਾਂ ਨੇ ਉਸ ਛੱਪੜੀ ਨੂੰ ਵਰ ਦੇ ਦਿੱਤਾ ਕਿ ਇਸ ਛੱਪੜੀ ਦੇ ਵਿੱਚ ਜਿਹੜਾ ਬੰਦਾ ਇਸ਼ਨਾਨ ਕਰੇਗਾ, ਪਰਮਾਤਮਾ ਦਾ ਨਾਮ ਲੈ ਕੇ ਜਿਹੜਾ ਇਸ ਛੱਪੜੀ 'ਚ ਵੜੇਗਾ, ਇਸ਼ਨਾਨ ਕਰੇਗਾ, ਉਸਦਾ ਇਹ ਰੋਗ ਜਿਹੜਾ ਉਹ ਦੂਰ ਹੋ ਜਾਏਗਾ। ਇਹ ਗੱਲ ਸੁਣ ਕੇ ਉਹ ਜਿਹੜਾ ਬੰਦਾ ਇਕੱਲਾ ਬੋਹੜ ਦੇ ਦਰੱਖਤ ਥੱਲੇ ਸੁੱਤਾ ਪਿਆ ਸੀ, ਫਟਾਫਟ ਉਸ ਉੱਠਿਆ ਅਤੇ ਗੁਰੂ ਜੀ ਦਾ ਹੁਕਮ ਮੰਨ ਕੇ ਉਸਨੇ ਪਰਮਾਤਮਾ ਦਾ ਨਾਮ ਲੈ ਕੇ ਉਸ ਛੱਪੜੀ ਇਸ਼ਨਾਨ ਕੀਤਾ। ਉਹ ਜਦੋਂ ਬਾਹਰ ਨਿਕਲਿਆ ਤਾਂ ਉਹਨੇ ਦੇਖਿਆ ਕਿ ਉਸਦਾ ਤਾਂ ਰੋਗ ਜਿਹੜਾ ਉਹ ਬਿਲਕੁਲ ਠੀਕ ਹੋ ਗਿਆ। ਹੌਲੀ ਹੌਲੀ ਕਰਕੇ ਜਿੰਨੇ ਬਾਕੀ ਲੋਕ ਜਿਹੜੇ ਛੱਪੜੀ ਦੇ ਕੋਲ ਬੈਠੇ ਸਨ ਉਹਨਾਂ ਨੇ ਵੀ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਔਰ ਕੁਦਰਤ ਰੱਬ ਦੀ ਕਿ ਉਹ ਸਾਰੇ ਉਸ ਰੋਗ ਤੋਂ ਮੁਕਤ ਹੁੰਦੇ ਗਏ। ਹੁਣ ਹੌਲੀ ਹੌਲੀ ਖਬਰ ਪਹੁੰਚੀ ਪਿੰਡ ਵਿੱਚ ਜਦੋਂ ਖਬਰ ਪਹੁੰਚੀ ਅਤੇ ਪਿੰਡ ਵਿੱਚ ਤਾਂ ਹੁਣ ਜ਼ਿਆਦਾਤਰ ਲੋਕ ਉੱਚੀ ਜ਼ਾਤ ਦੇ ਹੀ ਰਹਿ ਗਏ ਸਨ, ਪਰ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਨੀਵੀਂ ਜ਼ਾਤ ਵਾਲੇ ਤਾਂ ਸਭ ਅਰੋਗ ਹੋ ਕੇ ਅਤੇ ਵਾਪਸ ਪਿੰਡ ਵਿੱਚ ਆ ਰਹੇ ਨੇ ਅਤੇ ਉਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ, ਆਪਣੇ ਰੋਗ ਨੂੰ ਦੂਰ ਕਰਨ ਵਾਸਤੇ ਇੱਕ ਇੱਕ ਕਰਕੇ ਅਤੇ ਉਸ ਛੱਪੜੀ ਵੱਲ ਜਾਣਾ ਸ਼ੁਰੂ ਕਰ ਦਿੱਤਾ। ਉਸ ਛੱਪੜੀ ਨੂੰ ਚਮਾਰਾਂ ਦੀ ਛੱਪੜੀ ਕਿਹਾ ਜਾਂਦਾ ਸੀ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਚਮਾਰ ਜਾਤੀ ਦੇ ਰਹਿੰਦੇ ਸਨ, ਗਰੀਬ ਸਨ ਵਿਚਾਰੇ। ਸੋ ਉਹ ਉੱਚੀ ਜ਼ਾਤ ਦੇ ਲੋਕਾਂ ਨੇ ਵੀ ਆਪਣੇ ਮਤਲਬ ਵਾਸਤੇ, ਆਪਣੇ ਰੋਗ ਨੂੰ ਦੂਰ ਕਰਨ ਵਾਸਤੇ ਇੱਕ ਇੱਕ ਕਰਕੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਛੱਪੜੀ 'ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਹੌਲੀ ਹੌਲੀ ਸੋਝੀ ਹੋ ਗਈ ਕਿ ਸਾਰੇ ਇਨਸਾਨ ਇੱਕੋ ਜਿਹੇ ਨੇ, ਸਾਰੇ ਇਨਸਾਨ ਰੱਬ ਨੇ ਬਣਾਏ ਨੇ, ਉਹਨਾਂ 'ਚ ਕੋਈ ਫਰਕ ਨਹੀਂ ਹੈ। ਅਤੇ ਜੇ ਇਹ ਛੱਪੜੀ ਨੇ ਗਰੀਬਾਂ ਦਾ ਰੋਗ ਦੂਰ ਕੀਤਾ ਤਾਂ ਸਾਡਾ ਵੀ ਤਾਂ ਦੂਰ ਕੀਤਾ। ਹੌਲੀ ਹੌਲੀ ਕੀ ਹੋਇਆ ਕਿ ਉਹਨਾਂ ਦੇ ਮਨ ਦੇ ਵਿੱਚੋਂ ਜਾਤ ਦਾ ਅਪਮਾਨ ਖਤਮ ਹੋਣਾ ਸ਼ੁਰੂ ਹੋ ਗਿਆ ਔਰ ਉਹ ਬੜੇ ਪਿਆਰ ਨਾਲ ਆਪਸ ਵਿੱਚ ਉਹ ਰਹਿਣ ਲੱਗ ਪਏ, ਗਰੀਬ ਅਮੀਰ ਸਾਰੇ ਮਿਲ ਕੇ ਰਹਿਣ ਲੱਗ ਪਏ ਅਤੇ ਉਸ ਪਿੰਡ ਦਾ ਸੁਧਾਰ ਹੋ ਗਿਆ। ਇਸੇ ਤਰ੍ਹਾਂ ਗੁਰੂ ਮਹਾਰਾਜ ਜਦੋਂ ਉਹਨਾਂ ਨੇ ਪ੍ਰਣ ਕੀਤਾ ਕਿ ਅੱਗੇ ਤੋਂ ਅਸੀਂ ਛੋਟਾਂ ਨੂੰ ਤੰਗ ਨਹੀਂ ਕਰਾਂਗੇ, ਗਰੀਬਾਂ ਨੂੰ ਤੰਗ ਨਹੀਂ ਕਰਾਂਗੇ, ਅਸੀਂ ਆਪਣੇ ਭੈਣਾਂ ਭਰਾਵਾਂ ਵਾਂਗ ਮਿਲ ਕੇ ਰਹਾਂਗੇ, ਪਿਆਰ ਨਾਲ ਰਹਾਂਗੇ। ਸੋ ਉਸ ਪੂਰੇ ਪਿੰਡ ਦਾ ਹੀ ਸੁਧਾਰ ਹੋ ਗਿਆ। ਸੋ ਗੁਰੂ ਮਹਾਰਾਜ ਇਸੇ ਤਰ੍ਹਾਂ ਅੱਗੇ ਪਿੰਡ ਪਿੰਡ, ਸ਼ਹਿਰ ਸ਼ਹਿਰ ਲੋਕਾਂ ਦੇ, ਪੂਰੇ ਪਿੰਡਾਂ ਦੇ, ਪੂਰੇ ਸ਼ਹਿਰਾਂ ਦੇ ਲੋਕਾਂ ਦੇ ਸੁਧਾਰ ਕਰਦੇ ਕਰਦੇ
तो गुरु महाराज अगे चल पे तो उन्होंने यात्रा जी सी अगे शुरू हो गई। तो अगे चलते चलते रस्ते च आंदे कई पिंडां ते कई शहरां दे लोकां नूं दुख दूर करते हुए उन्होंने सच के ज्ञान की रोशनी देते हुए अगे चलते गए तो वो आगरे पुजे। आगरे जो पुजे तो एक घर के अगे जाके महाराज रुक गए। वो घर सी बजुर्ग माई भागो का, जिथे कि बजुर्ग माई भागो कल ही रहती सी। माई भागो बड़े समय तो गुरु महाराज के दर्शनों की तांग लगा के बैठी सी। हर रोज़ गुरु महाराज का ध्यान धर के अरदास करती सी, हे सच्चे पातशाह जी मैं अपने हत्थां नाल सूत कत के ते खदर का एक जामा तैयार किया तुहाडे वास्ते, जे तुसीं वो स्वीकार कर लो तो नाले मैनू दर्शन दिओ तो मेरे मन की भावना पूरी हो जाए तो मेरी जिंदगी सफल हो जाए। हर रोज़ बड़े प्यार श्रद्धा नाल अरदासां करदी रहिंदी सी। सो उस दिन की होया कि माई भागो ने जो ही दरवाज़ा खोलिया तो गुरु महाराज नूं अगे खड़े देख के हैरान रह गई कि ये की हो गया, मेरे मन की आस तो पूरी हो गई। सो उसकी खुशी का कोई अंत पारावार नहीं सी। उसने बड़े सत्कार नाल बड़े प्यार नाल महाराज नूं अपने घर बिठाया। बड़ा बिरध शरीर सी, बजुर्ग हो गई सी, फिर भी अपने हत्थां नाल भोजन तैयार करके महाराज नूं छकाया और महाराज नूं कहा कि थोड़े दिन तुसीं इत्थे मेरे घर टिको, और बहुत प्यार नाल सेवा की। गुरु महाराज ने उसका बनाया होया वो खद्दर का जामा जिहड़ा वो स्वीकार किया, वो पहन के ते माता दे मन नूं खुश किया। और गुरु महाराज जी उत्थे 1 महीना ते 2 दिन तक उस माई भागो के घर च रहे। हुण उत्थे जिथे महाराज जाणगे उत्थे की होएगा, उत्थे संगतां जुड़नियां शुरू हो गई। उत्थे सवेरे शाम सत्संग होण लग पिया तो उस घर नूं भाग लग गए। उत्थे संगतां दूरों दूरों आनियां शुरू हो गई तो महाराज उत्थे 1 महीना 2 दिन तक उत्थे रहे। अज उस माई भागो दे घर वाली जगह ते एक बहुत सुंदर गुरुद्वारा सुशोभित है। सो मेरा अज का सवाल यही है कि उस गुरुद्वारे का नाम दसो। आगरे विच माई भागो दे घर की थां ते जिहड़ा गुरुद्वारा बहुत सुंदर गुरुद्वारा सुशोभित है, उस गुरुद्वारे का नाम दसो जी। खैर अगे चलिए, क्योंकि गुरु महाराज ने टिकना तो है ही नहीं सी, वो तो यात्रा ते चले हुए सन तो अगे दे अगे उन्होंने होर भी जाना सी। लेकिन एक दिन की होया कि वो अजे उत्थे ही सन, संगत जुड़ी हुई सी तो एक बीबी आई तो उसने आके गुरु महाराज के अगे हथ जोड़ के गल च पल्ला पा के उसने बेनती की, महाराज मेरा पति कह रहा है कि मैं हुण संन्यास लै लैना, वो संन्यास धारण करन जा रहा है तो मैनू तो मेरे 3 बच्चों नूं छड्ड के तो वो जंगलों में जा रहा है। गुरु जी महाराज मेरे ते कृपा करो, उसनूं कुछ अपने पास बुला के उसनूं समझाओ कि वो सानू इस तरह परिवार नूं छड्ड के ना जावे। उसदे छड्ड जाण तो बाद मैं बच्चों नूं किस तरह पालांगी तो मेरे बच्चे तो फिर मंगते बन जाएंगे तो दर दीयां ठोकरां खाणगे। गुरु महाराज उसका विराग देख के उसके आंसू देख के गुरु महाराज ने कहा ठीक है असीं उसनूं बुलावांगे। सो एक सिख नूं भेजिया, तो उसके पति नूं घरों बुला के लिया। बीबी के पति ने दीवाने च आके गुरु महाराज नूं बड़े सत्कार नाल नमस्कार की, मत्था टेकिया तो बैठ गया। हुण महाराज ने उसनूं पुछया कि भाई तेरी पत्नी कहती है कि तू संन्यास धारण कर लगा, कि ये सच है? उसने कहा हाँ जी मेरी घरवाली सच कहती है। तो महाराज ने कहा तू क्यों संन्यास लेना चाहता है? कहता जी मैं रब नूं पाना चाहता हाँ, तो मैनू कोई सन्यासी मिले सन, उन्होंने कहा कि घर विच बैठ के तो रब की प्राप्ति कभी हो ही नहीं सकती, घर नूं त्याग करेगा परिवार नूं त्याग करेगा तो तां ही तैनूं परमात्मा की प्राप्ति होएगी। तो जब तक मेरे नाल मेरे बच्चे तो मेरी पत्नी रहणगे तद तक मेरे मन में माया का मोह बनिया रहेगा तो मैं रब वाले पासे चल नहीं सकांगा, इस करके मैं संन्यास लेना चाहता। फिर महाराज ने उन्होंने समझाया कि भाई जदों तू इन्हां बच्चों नूं छड्ड के चला जाएगा तो इन्हां दी देखभाल कौन करेगा? तेरे घर त्यागण नाल भी तेरे पेट की भुख जिहड़ी है वो तो नहीं मिटेगी, वो तो तेरे नाल ही जाएगी। तो इस भुख नूं मिटाउण वास्ते फिर तू किसी ना किसी गृहस्थी के दरवाजे जाके खड़ा होएगा तो उन्हां दे कोलों खाण वास्ते मंग के खाएगा। सो वो माया जिहड़ी है वो माया का मोह, अनाज का मोह, वो पेट की भुख वो तो तेरे नाल ही रहेगी, वो तो घर छड्डण नाल कदी खत्म नहीं हो सकती। रब नूं पाउण दा ये ढंग बिल्कुल ठीक नहीं है कि तुसीं घर-बार छोड़ के चले जाओ। जो परमात्मा ने जिम्मेवारियां तुहानूं दित्तियां ने अपनी जिम्मेवारी नूं निभा के उसनूं पाउण दा उसका हुक्म मनते हुए उसकी पालना करो। जरूरतमंदां दी लोड़ां जिहड़ियां पूरी करो तो हर वक्त मन जिहड़ा है वो परमात्मा का दीदार परमात्मा का दर्शन पाउण वास्ते मन बेचैन रहे, मन परमात्मा नाल जुड़िया रहे, पर सरीरक तौर पर अपने घर दी जिम्मेवारियां जिहड़ियां वो निभाणियां वो बहुत जरूरी ने। सो गुरु नानक देव जी जो गृहस्थ धर्म सानू दे गए ने, सानू उस गृहस्थ धर्म का पालन करना है
ਔਰ ਅਸੀਂ ਉਪਗ੍ਰਸਤ ਧਰਮ ਦਾ ਪਾਲਨ ਕਰਦੇ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਵੀ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ, ਪਰਮਾਤਮਾ ਦੇ ਦਰਸ਼ਨ ਪਾ ਸਕਦੇ ਹਾਂ। ਉਸ ਦੇ ਨਾਲ ਬਲਕਿ ਮਨ ਨਹੀਂ ਭਟਕੇਗਾ। ਜੇ ਤੂੰ ਘਰ ਛੋੜ ਕੇ ਚਲਾ ਵੀ ਜਾਏਗਾ ਤੇ ਤੇਰੇ ਮਨ ਦੇ ਅੰਦਰ ਤੇਰਾ ਉਹ ਘਰ ਦੇ ਵਿੱਚ ਔਰ ਉਹ ਬੱਚਿਆਂ ਵਿੱਚ ਹੀ ਰਹੇਗਾ। ਉਹ ਬੱਚਿਆਂ ਘਰ ਦੇ ਮੋਹ ਨੂੰ ਛੱਡ ਨਹੀਂ ਪਾਏਗਾ, ਬਹੁਤ ਮੁਸ਼ਕਿਲ ਹੈ। ਤਾਂ ਇਸ ਕਰਕੇ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਜਪਣਾ, ਸਿਮਰਨ ਕਰਨਾ, ਲੋੜਵੰਦਾਂ ਦੀ ਮਦਦ ਕਰਨੀ, ਉਸ ਤਰੀਕੇ ਦੇ ਨਾਲ ਤੇ ਫਿਰ ਵੀ ਰੱਬ ਦੇ ਨੇੜੇ ਪਹੁੰਚਣਾ ਜੋ ਹੈ ਉਹ ਆਸਾਨ ਹੈ। ਸੋ ਗੁਰੂ ਮਹਾਰਾਜ ਨੇ ਸਾਰੀ ਗੱਲ ਉਸ ਨੂੰ ਸਮਝਾਈ ਤੇ ਪਰ ਉਸ ਦੀ ਸਿੱਖਿਆ, ਉਹਨਾਂ ਦੀ ਸਿੱਖਿਆ ਉਸ ਬੰਦੇ ਨੂੰ ਸਮਝ ਆ ਗਈ ਤੇ ਉਸਨੇ ਕਿਹਾ ਕਿ ਅੱਛਾ ਮਹਾਰਾਜ, ਮੈਂ ਸੰਨਿਆਸੀ ਬਣਨ ਦਾ ਖਿਆਲ ਤਿਆਗ ਦੇਣਾ। ਉਸਨੇ ਖਿਆਲ ਛੱਡ ਦਿੱਤਾ ਤੇ ਖੁਸ਼ੀ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਆਪਣੇ ਘਰ ਚਲਾ ਗਿਆ। ਤੇ ਉਸ ਤੋਂ ਬਾਅਦ ਉਹ ਪੂਰਾ ਟੱਬਰ ਕੀ ਉਹਨਾਂ ਦਾ ਪੂਰਾ ਖਾਨਦਾਨ ਹੀ ਉਹ ਗੁਰੂ ਮਹਾਰਾਜ ਦੇ ਗੁਰਸਿੱਖ ਬਣ ਗਏ ਔਰ ਸਿੱਖੀ ਨਾਲ ਜੁੜ ਗਏ। ਔਰ ਇਸ ਤਰੀਕੇ ਨਾਲ ਉਹਨਾਂ ਨੇ ਉੱਥੇ ਰਹਿ ਕੇ ਹੀ, ਆਪਣੇ ਘਰ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਭਜਨ ਸਿਮਰਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ। ਅਤੇ ਉਸ ਮਹਾਰਾਜ ਦੀ ਸਿੱਖਿਆ ਦੇ ਉੱਤੇ ਚੱਲਦੇ ਹੀ ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ। ਇਸ ਤੋਂ ਅੱਗੇ ਜੀ ਮਹਾਰਾਜ ਫਿਰ ਚੱਲਦੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਹੁਤ ਲੰਬੀਆਂ ਨੇ, ਬਿਲਕੁਲ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਹੁਤ ਲੰਬੀ ਸੀ, ਇਸੇ ਤਰੀਕੇ ਨਾਲ ਮਹਾਰਾਜ ਵੀ ਤਕਰੀਬਨ ਉਹਨਾਂ ਸਾਰੀਆਂ ਜਗ੍ਹਾ 'ਤੇ ਗਏ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇ। ਲੇਕਿਨ ਉਹੀ ਤਰੀਕਾ ਅਪਣਾਇਆ ਕਿ ਹਰ ਪਿੰਡ ਜਾ ਕੇ, ਹਰ ਸ਼ਹਿਰ ਜਾ ਕੇ, ਬੰਦੇ ਦੇ ਕੋਲ ਜਾ ਕੇ ਉਸਦੇ ਮਨ ਦੇ ਭਰਮ ਦੂਰ ਕੀਤੇ ਔਰ ਉਹਨਾਂ ਦਾ ਸੁਧਾਰ ਕੀਤਾ। ਸੋ ਮਹਾਰਾਜ ਚੱਲਦੇ ਅਗਲੇ ਤੋਂ ਉੱਤੋਂ ਚੱਲਦੇ ਹੁਣ ਚੱਲੇ ਬਨਾਰਸ ਵਾਲੇ ਪਾਸੇ। ਬਨਾਰਸ ਦੇ ਕੋਲ ਪਹੁੰਚੇ। ਉੱਥੇ ਕੀ ਸੀ ਕਿ ਇੱਕ ਭਾਈ ਗੁਰੂ ਕਾ ਸਿੱਖ, ਇੱਕ ਉਹਦਾ ਨਾਂ ਸੀ ਭਾਈ ਜਵਹਿਰੀ ਮੱਲ ਬੜੇ ਚਿਰਾਂ ਤੋਂ ਗੁਰਸਿੱਖੀ ਦਾ ਪ੍ਰਚਾਰ ਉਹ ਕਰ ਰਿਹਾ ਸੀ। ਮਹਾਰਾਜ ਜਾ ਕੇ ਉਸਦੇ ਕੋਲ ਟਿਕੇ ਅਤੇ ਜਿਸ ਤਰ੍ਹਾਂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜਿੱਥੇ ਜਾ ਕੇ ਕਿਸੇ ਦੇ ਵੀ ਘਰ ਅਗਰ ਟਿਕਦੇ ਸਨ ਅਤੇ ਉਹ ਤਾਂ ਫਿਰ ਗੁਰੂ ਦਾ ਘਰ ਬਣ ਜਾਂਦਾ ਸੀ। ਉੱਥੇ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ, ਸਵੇਰੇ ਸ਼ਾਮੀ ਸਤਸੰਗ ਦੇ ਪ੍ਰਵਾਹ ਚੱਲਣੇ, ਸਵੇਰੇ ਸ਼ਾਮੀ ਲੰਗਰ ਚੱਲਣੇ। ਸੋ ਉਸਦੇ ਘਰ 'ਤੇ ਬਣ ਗਿਆ ਗੁਰਦੁਆਰਾ ਹੀ ਬਣ ਗਿਆ ਇੱਕ ਤਰ੍ਹਾਂ ਦਾ ਉਸ ਭਾਈ ਜਵਹਿਰੀ ਮੱਲ ਦੇ। ਸੋ ਬਹੁਤ ਸਾਰੀ ਸੰਗਤ ਉੱਥੇ ਆਉਂਦੀ ਸੀ ਅਤੇ ਮਹਾਰਾਜ ਬਾਹਰ ਖੜ੍ਹੇ ਹੋ ਕੇ ਦੇਖ ਰਹੇ ਸਨ ਇੱਕ ਵਾਰੀ। ਅਤੇ ਕੁਛ ਬੰਦੇ ਕੀ ਮੋਢੇ ਦੇ ਉੱਤੇ ਪਰਨਾ, ਹੱਥ ਵਿੱਚ ਕੱਪੜੇ ਲੈ ਕੇ ਅਤੇ ਚਲੀ ਜਾ ਰਹੇ ਸਤਸੰਗ ਦੇ ਅੰਦਰ ਬੈਠ ਨਹੀਂ ਰਹੇ, ਜਾ ਨਹੀਂ ਰਹੇ, ਲੇਕਿਨ ਪੈਦਲ ਚਲੇ ਜਾ ਰਹੇ ਨੇ ਕਿਉਂਕਿ ਉਸ ਏਰੀਏ ਦੇ ਵਿੱਚ ਗੰਗਾ ਇਸ਼ਨਾਨ ਦਾ ਬਹੁਤ ਮਹੱਤਵ ਸੀ। ਲੋਕ ਸਮਝਦੇ ਸਨ ਕਿ ਜਿਹੜਾ ਮਰਜ਼ੀ ਕੰਮ ਕਰ ਲਓ, ਜਿਹੋ ਜਿਹਾ ਮਰਜ਼ੀ ਜੀਵਨ ਹੋਏ, ਸਵੇਰੇ ਜਾ ਕੇ ਇੱਕ ਵਾਰੀ ਗੰਗਾ ਦਾ ਇਸ਼ਨਾਨ ਕਰ ਆਓ, ਤੁਹਾਡੇ ਸਾਰੇ ਪਾਪ ਜਿਹੜੇ ਉਹ ਦੂਰ ਹੋ ਜਾਣਗੇ। ਇਹ ਲੋਕਾਂ ਦੇ ਅੰਦਰ ਮਨ ਦੇ ਵਿੱਚ ਬੈਠਿਆ ਹੋਇਆ ਸੀ। ਸੋ ਗੁਰੂ ਮਹਾਰਾਜ ਨੇ ਦੇਖਿਆ ਕਿ ਲੋਕ ਕਾਹਲੀ ਮੋਢੇ 'ਤੇ ਪਰਨਾ ਰੱਖ ਕੇ, ਹੱਥ ਵਿੱਚ ਕੱਪੜੇ ਪਕੜ ਕੇ ਚਲੇ ਜਾ ਰਹੇ ਨੇ ਗੰਗਾ ਇਸ਼ਨਾਨ ਵਾਸਤੇ। ਉਹਨਾਂ ਨੇ ਬੁਲਾ ਕੇ ਅਤੇ ਬੰਦੇ ਨੂੰ ਪੁੱਛਿਆ ਕਿ ਇਹ ਤੁਸੀਂ ਕਿਉਂ ਜਾਂਦੇ ਹੋ ਉੱਥੇ? ਕਹਿੰਦੇ ਮਹਾਰਾਜ ਅਸੀਂ ਤਾਂ ਗੰਗਾ 'ਤੇ ਇਸ਼ਨਾਨ ਕਰਕੇ ਆਪਣੇ ਪਾਪਾਂ ਦਾ, ਆਪਣੇ ਮਾੜੇ ਕਰਮਾਂ ਨੂੰ ਧੋਣ ਵਾਸਤੇ ਜਾਂਦੇ ਹਾਂ ਅਤੇ ਉੱਥੇ ਇਸ਼ਨਾਨ ਕਰਕੇ ਆ ਜਾਂਦੇ ਹਾਂ ਅਤੇ ਬਾਕੀ ਸਾਰਾ ਦਿਨ ਅਸੀਂ ਆਪਣਾ ਕੰਮ ਕਰਦੇ ਹਾਂ। ਸੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਰੋਕਿਆ ਅਤੇ ਇਹ ਕਿਹਾ ਕਿ ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦਾ ਨਾਮ ਜਪਣਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਅੱਛੇ ਕਰਮ ਕਰਨੇ, ਇਹ ਤਰੀਕਾ ਜੋ ਹੈ ਇਸ ਦੇ ਨਾਲ ਤੁਹਾਡੇ ਪਾਪ ਜਿਹੜੇ ਨੇ ਜਾਂ ਤੁਹਾਡੇ ਮਾੜੇ ਕਰਮ ਜਿਹੜੇ ਨੇ ਉਹ ਧੋਪ ਸਕਦੇ ਨੇ। ਸਿਰਫ ਪਾਣੀ ਦੇ ਇਸ਼ਨਾਨ ਕਰਨ ਦੇ ਨਾਲ ਇਹ ਕੰਮ ਕਦੀ ਨਹੀਂ, ਕੋਈ ਸਫਲਤਾ ਤੁਹਾਨੂੰ ਨਹੀਂ ਮਿਲੇਗੀ। ਸੋ ਜਿਹੜੇ ਬੰਦੇ ਅੱਛੇ ਕਰਮ ਕਰਦੇ ਨੇ ਉਹਨਾਂ ਦੇ ਵਾਸਤੇ ਤਾਂ ਗੰਗਾ ਟੁਰ ਕੇ ਆਪ ਆ ਜਾਂਦੀ ਹੈ। ਉਹਨਾਂ ਨੂੰ ਗੰਗਾ ਦੇ ਕੋਲ ਟੁਰ ਕੇ ਜਾਣਾ ਨਹੀਂ ਪੈਂਦਾ, ਬਲਕਿ ਜਿਸ ਸਤਸੰਗ ਵਿੱਚ, ਨਾਮ ਸਿਮਰਨ ਦੇ ਵਿੱਚ ਜਿੱਥੇ ਅੱਛੇ ਕਰਮ ਕਰਨ ਵਾਲੇ ਲੋਕ ਬੈਠੇ ਹੁੰਦੇ ਨੇ, ਉੱਥੇ ਤਾਂ ਗੰਗਾ ਆਪ ਆ ਕੇ ਉਹਨਾਂ ਦੇ ਦਰਸ਼ਨ ਕਰਦੀ ਹੈ। ਉਹਨਾਂ ਨੂੰ ਗੰਗਾ 'ਤੇ ਜਾਣ ਦੀ ਲੋੜ ਨਹੀਂ ਪੈਂਦੀ। ਪਰ ਖੈਰ ਉਹਨਾਂ ਦੀ ਗੱਲ ਸਮਝ ਨਹੀਂ ਪਈ ਅਤੇ ਮਹਾਰਾਜ ਨੇ ਕਿਹਾ ਤੁਸੀਂ ਇੱਥੇ ਖੜ੍ਹੇ ਹੋ। ਸਤਸੰਗ ਚੱਲ ਰਿਹਾ ਸੀ। ਮਹਾਰਾਜ ਨੇ ਕਿਹਾ ਇੱਥੇ ਖੜ੍ਹੇ ਹੋ, ਗੰਗਾ ਇੱਥੇ ਹੀ ਆਈ ਹੋਈ ਹੈ, ਤੁਹਾਡੇ ਪੈਰਾਂ ਦੇ ਥੱਲੇ ਗੰਗਾ ਹੈ। ਜੇ ਮਨ ਚੰਗਾ ਤਾਂ ਕਠੌਤੀ ਵਿੱਚ ਗੰਗਾ। ਉਹਨਾਂ ਨੇ ਕਿਹਾ ਆਪਣੇ ਹੱਥ ਨਾਲ ਇੱਕ ਪੱਥਰ ਨੂੰ ਪੁੱਟੋ। ਇੱਕ ਪੱਥਰ ਨੂੰ ਪੁੱਟਿਆ ਅਤੇ ਉਹਦੇ ਵਿੱਚੋਂ ਨਿਰਮਲ ਸਾਫ਼ ਪਾਣੀ, ਜਲ ਉਹਦੇ 'ਚੋਂ ਨਿਕਲਣਾ ਸ਼ੁਰੂ ਹੋ ਗਿਆ। ਗੰਗਾ ਦੇ ਨੀਰ ਵਰਗਾ ਸਾਫ਼ ਸੁਥਰਾ ਜਲ ਜਿਹੜਾ ਨਾ ਉੱਥੇ ਨਿਕਲਣਾ ਸ਼ੁਰੂ ਹੋ ਗਿਆ। ਔਰ ਵਾਕਈ ਉਹ ਵਾਲਾ ਜਲ ਅੱਜ ਵੀ ਉੱਥੇ ਹੈ, ਉਸ ਜਗ੍ਹਾ 'ਤੇ ਅੱਜ ਵੀ ਉਹ ਜਲ ਨਿਕਲ ਰਿਹਾ ਔਰ ਉਸ ਜਗ੍ਹਾ 'ਤੇ ਉੱਤੇ ਗੁਰਦੁਆਰੇ ਵੀ ਬਣੇ ਹੋਏ ਨੇ। ਸੋ ਇਸ ਤਰੀਕੇ ਨਾਲ ਉਹਨਾਂ ਲੋਕਾਂ ਨੇ ਸਤਸੰਗ ਵਿੱਚ ਬੈਠਣਾ ਸ਼ੁਰੂ ਕੀਤਾ, ਅੱਛੀ ਸਿੱਖਿਆ ਸੁਣਨੀ ਸ਼ੁਰੂ ਕੀਤੀ, ਅੱਛੇ ਕਰਮ ਕਰਨੇ ਸ਼ੁਰੂ ਕੀਤੇ ਔਰ ਮਨ ਵਿੱਚੋਂ ਇਹ ਚੀਜ਼, ਇਹ ਵਹਿਮ, ਇਹ ਭਰਮ ਬਿਲਕੁਲ ਕੱਢ ਦਿੱਤਾ ਕਿ ਅਸੀਂ ਜੋ ਮਰਜ਼ੀ ਕਰੀਏ, ਬਸ ਜਾ ਕੇ ਇੱਕ ਵਾਰੀ ਇਸ਼ਨਾਨ ਕਰ ਲਈਏ ਅਤੇ ਸਾਡੇ ਸਾਰੇ ਜਿਹੜੇ ਪਾਪ ਕਰਮ ਨੇ ਉਹ ਧੁੱਪ ਜਾਣਗੇ, ਅਸੀਂ ਨਿਰਮਲ ਹੋ ਜਾਵਾਂਗੇ, ਅਸੀਂ ਸਾਫ਼ ਹੋ ਜਾਵਾਂਗੇ। ਸਰੀਰ ਜ਼ਰੂਰ ਸਾਫ਼ ਹੋ ਜਾਏਗਾ, ਲੇਕਿਨ ਕਰਮ ਜਿਹੜੇ ਨੇ ਉਹ ਸਿਰਫ ਇਸ਼ਨਾਨ ਕਰਨ ਦੇ ਨਾਲ ਕਦੀ ਵੀ ਮਿਟਣਗੇ ਨਹੀਂ।
ਕਰਮ ਕਿਸ ਤਰ੍ਹਾਂ ਅੱਛੇ ਕਰਮ ਕਰਨ ਨਾਲ ਪਰਮਾਤਮਾ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ। ਸਿਰਫ ਇਸ਼ਨਾਨ ਕਰਕੇ ਜੇ ਸੋਚੀਏ ਕਿ ਅਸੀਂ ਪਵਿੱਤਰ ਹੋ ਗਏ, ਅਸੀਂ ਪਰਮਾਤਮਾ ਕੋਲ ਪਹੁੰਚ ਗਏ, ਤੇ ਇਹ ਨਹੀਂ ਹੋ ਸਕਦਾ। ਸੋ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਕੇ, ਲੋਕਾਂ ਨੂੰ ਕਨਵਿੰਸ ਕਰਕੇ ਉਹ ਲੋਕਾਂ ਨੂੰ ਦਾ ਸੁਧਾਰ ਕਰਦੇ ਸਨ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।